ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਹੈ ਕਿ ਕਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਨੂੰ ਮਾਲਾ ਮਾਲ ਕਰਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਗਰੀਬ ਜਿਹਾ ਸਿੰਘ ਆਇਆ ਤੇ ਆ ਕੇ ਜਦੋਂ ਚਰਨਾਂ ਤੇ ਮੱਥਾ ਟੇਕ ਕੇ ਜਦ ਵਾਪਸ ਜਾਣ ਲੱਗਾ ਤਾਂ ਸਾਹਿਬ ਜੀ ਦੀ ਨਜ਼ਰ ਪਈ ਉਸ ਤੇ। ਉਸ ਨੂੰ ਕੋਲ ਬੁਲਾਇਆ, ਆਖਿਆ, ਭਾਈ ਅਜੇ ਦੀਵਾਨ ਦੀ ਸਮਾਪਤੀ ਨਹੀਂ ਹੋਈ ਤੇ ਤੂੰ ਵਾਪਸ ਜਾਣ ਲੱਗਾ। ਕੀਰਤਨ ਦੀ ਸਮਾਪਤੀ ਅਰਦਾਸ ਉਪਰੰਤ ਹੋ ਜਾਵੇ, ਗੁਰੂ ਦਾ ਹੁਕਮ ਲੈ ਕੇ ਹੀ ਜਾਣਾ ਫਰਜ਼ ਹੈ, ਤਾਂ ਹੀ ਹਾਜ਼ਰੀ ਪੂਰੀ ਹੋਊ। ਇਸ ਸਿੰਘ ਦਾ ਨਾਮ ਇਤਿਹਾਸ ਵਿੱਚ ਸੱਜਾ ਲਿਖਿਆ ਹੋਇਆ ਹੈ। ਭਾਈ ਸੱਜਾ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਗਰੀਬ ਨਿਵਾਜ, ਮੈਂ ਮਜ਼ਦੂਰ ਬੰਦਾ ਜਿਹੜਾ ਦਿਹਾੜੀ ਕਰਦਾ ਹਾਂ, 2-4 ਰੁਪਈਏ ਕਮਾਉਂਦਾ ਹਾਂ ਤੇ ਫਿਰ ਜਾ ਕੇ ਬੱਚਿਆਂ ਦਾ ਢਿੱਡ ਭਰਦਾ ਹਾਂ। ਸਾਹਿਬ ਜੀ ਕਹਿਣ ਲੱਗੇ, ਚੰਗਾ ਤੂੰ ਥੋੜ੍ਹੀ ਦੇਰ ਬੈਠ, ਦੀਵਾਨ ਦੀ ਸਮਾਪਤੀ ਤੋਂ ਬਾਅਦ ਤੇਰੇ ਨਾਲ ਬਚਨ ਕਰਾਂਗੇ। ਸੱਜਾ ਕਹਿਣ ਲੱਗਾ, ਨਾ ਗਰੀਬ ਨਿਵਾਜ, ਮੈਂ ਤਾਂ ਜਾਣਾ ਹੈ, ਜਾ ਕੇ ਕੋਈ ਮਜ਼ਦੂਰੀ ਲੱਭਾਂ। ਸਾਹਿਬ ਜੀ ਕਹਿਣ ਲੱਗੇ, ਨਵਾਂ ਆਇਆ ਲੱਗਦਾ ਹੈ। ਅੰਤਰਜਾਮੀ ਸਭ ਜਾਣਦੇ ਹੋਏ ਪੁੱਛਦੇ ਹਨ, ਨਵਾਂ ਆਇਆ ਹੈ, ਪਹਿਲੀ ਵਾਰ ਆਇਆ ਹੈ? ਤਾਂ ਸੱਜੇ ਦੇ ਨੈਣ ਪਰ ਆਏ, ਗਰੀਬ ਨਿਵਾਜ, 12 ਸਾਲ ਹੋ ਗਏ, ਕੋਈ ਸੰਗਰਾਂਦ ਤੇਰੇ ਦਰ ਤੇ ਐਸੀ ਨਹੀਂ ਜਿਸ ਦੇ ਵਿੱਚ ਮੇਰੀ ਗੈਰ ਹਾਜ਼ਰੀ ਹੋਵੇ। ਹਰ ਸੰਗਰਾਂਦ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕ ਕੇ ਜਾਂਦਾ ਹਾਂ, ਫਿਰ ਮਜ਼ਦੂਰੀ ਕਰਨ ਜਾਂਦਾ ਹਾਂ। 12 ਸਾਲ ਅਜੇ ਵੀ ਤੇਰੀ ਮਨ ਵਿੱਚ ਗੁਰੂ ਦੀ ਪ੍ਰਤੀਤ ਨਹੀਂ ਆਈ। ਗੁਰ ਦਾ ਬਚਨ ਮੰਨ ਭਾਈ, ਬੈਠ ਜਾ, ਪਰ ਸੱਜਾ ਨਾ ਮੰਨਿਆ। ਕਹਿੰਦਾ ਮਜ਼ਦੂਰੀ ਕਰਾਂਗਾ ਤਾਂ ਬੱਚਿਆਂ ਦਾ ਢਿੱਡ ਭਰਾਂਗਾ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਨਾ ਭਾਈ, ਇਹ ਨਾ ਆਖ, ਤੂੰ ਨਹੀਂ ਪਾਲਦਾ ਬੱਚਿਆਂ ਨੂੰ, ਸਾਰੇ ਸੰਸਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਗੁਰੂ ਨਾਨਕ ਸਾਹਿਬ ਆਪ ਕਰਦਾ ਹੈ ਉਹਨਾਂ ਦਾ ਪਾਲਣ ਪੋਸ਼ਣ। ਤੂੰ ਭਟਕਣਾ ਛੱਡ ਦੇ, ਦੀਵਾਨ ਦੀ ਸਮਾਪਤੀ ਤੋਂ ਬਾਅਦ ਤੇਰੇ ਨਾਲ ਬਚਨ ਕਰਾਂਗੇ। ਪਰ ਸੱਜਾ ਨਹੀਂ ਮੰਨਦਾ। ਨਾ ਗਰੀਬ ਨਿਵਾਜ, ਮੈਨੂੰ ਆਗਿਆ ਬਖਸ਼ੋ। ਸਾਹਿਬ ਜੀ ਸਮਝ ਗਏ ਕਿ ਇਸਨੇ ਹੁਣ ਨਹੀਂ ਰੁਕਣਾ। ਕਹਿਣ ਲੱਗੇ, ਅੱਛਾ ਜੇ ਨਹੀਂ ਰੁਕਣਾ ਤਾਂ ਸਾਡਾ ਇੱਕ ਬਚਨ ਮੰਨੇਗਾ? ਸੱਜੇ ਨੇ ਕਿਹਾ, ਕਿਉਂ ਨਹੀਂ ਮੰਨਾਂਗਾ, ਫਿਰ ਤੈਨੂੰ ਇੱਕ ਪੱਤਰ ਲਿਖ ਦਿੰਦੇ ਹਾਂ, ਰਸਤੇ ਵਿੱਚ ਪਿੰਡ ਆਵੇਗਾ ਭਾਈ ਬੁੱਧੂ ਸ਼ਾਹ ਦਾ, ਇਹ ਪੱਤਰ ਉਸ ਨੂੰ ਦੇ ਦੇਣਾ। ਸੱਜੇ ਨੇ ਕਿਹਾ, ਸਤ ਬਚਨ। ਸਾਹਿਬ ਜੀ ਨੇ ਪੱਤਰ ਵਿੱਚ ਲਿਖਿਆ, ਮੇਰੇ ਪ੍ਰੇਮ ਪਿਆਰੇ ਸਿੱਖ ਵੀਰ, ਇਹ ਸੁਣ ਲੈਣੀ ਅਰਦਾਸ, ਇਸ ਚਿੱਠੀ ਵਾਲੇ ਸਿੱਖ ਵੀਰ ਨੂੰ ਤੁਸੀਂ ਰੱਖਣਾ ਆਪਣੇ ਪਾਸ। ਕਿਤਨੀ ਕੁ ਦੇਰ ਰੱਖਣਾ ਆਖਿਆ, ਜਦ 9 ਮਹੀਨੇ ਬੀਤ ਜਾਣ, ਤੁਧ ਆਸੀ ਮੱਘਰ ਮਾਹ, ਤਦ ਇਸ ਨੂੰ ਛੁੱਟੀ ਦੇਵਣੀ, ਇਸ ਦੀ ਕਰਨੀ ਬੰਦ ਖਲਾ। ਇਹ ਚਿੱਠੀ ਤਹਿ ਲਾ ਕੇ ਗੁਰੂ ਜੀ ਨੇ ਸਿੱਖ ਨੂੰ ਦੇ ਦਿੱਤੀ। ਆਖਿਆ ਕਿ ਜਾ ਲੈ ਜਾ। ਚਰਨਾਂ ਤੇ ਮੱਥਾ ਟੇਕ ਕੇ ਤੁਰ ਪਿਆ ਸਿੰਘ। ਜਦ ਪਹੁੰਚਿਆ ਭਾਈ ਬੁੱਧੂ ਸ਼ਾਹ ਦੇ ਪਿੰਡ ਤੇ ਭਾਈ ਬੁੱਧੂ ਸ਼ਾਹ ਬੈਠਿਆ ਅਨੰਦਪੁਰ ਵੱਲ ਅੱਖਾਂ ਲਾ ਕੇ, ਹੇ ਕਲਗੀਧਰ ਪਾਤਸ਼ਾਹ, ਜੇ ਆਪਣੇ ਦਰਸ਼ਨ ਨਹੀਂ ਕਰਵਾਉਣੇ ਤਾਂ ਆਪਣੇ ਕਿਸੇ ਸਿੱਖ ਦੇ ਹੀ ਦਰਸ਼ਨ ਕਰਵਾ ਦਿਓ ਜੋ ਤੁਹਾਡੇ ਦਰਸ਼ਨ ਕਰਕੇ ਆਇਆ ਹੋਵੇ। ਤਾਂ ਹੀ ਇਹ ਸਿੱਖ ਸਾਹਿਬ ਜੀ ਦੀ ਚਿੱਠੀ ਲੈ ਕੇ ਪਹੁੰਚਿਆ ਤੇ ਪੁੱਛਦਾ ਆ ਰਿਹਾ ਹੈ ਕਿ ਭਾਈ ਬੁੱਧੂ ਸ਼ਾਹ ਜੀ ਦਾ ਘਰ ਕਿੱਥੇ ਹੈ। ਤੇ ਬੁੱਧੂ ਸ਼ਾਹ ਜੀ ਕੋਲ ਪਹੁੰਚਿਆ ਤੇ ਭਾਈ ਬੁੱਧੂ ਸ਼ਾਹ ਜੀ ਨੇ ਪੁੱਛਿਆ ਕਿ ਗੁਰੂ ਕਾ ਸਿੱਖ ਆਇਆ, ਕਿੱਥੋਂ ਆਇਆ ਪਿਆਰਿਆ? ਅਨੰਦਪੁਰ ਤੋਂ। ਬੁੱਧੂ ਸ਼ਾਹ ਨੇ ਸਿੱਖ ਨੂੰ ਨਮਸਕਾਰ ਕੀਤੀ, ਆਖਿਆ ਕਿ ਤੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ। ਸਿੱਖਾਂ ਤੂੰ ਧੰਨ ਹੈ, ਮੈਂ ਤੇਰੇ ਦਰਸ਼ਨ ਕਰਕੇ ਧੰਨ ਹੋ ਗਿਆ। ਆਓ ਬੈਠੋ ਜੀ, ਜੀ ਆਇਆਂ ਨੂੰ। ਸਿੱਖ ਕਹਿੰਦਾ, ਮੇਰੇ ਕੋਲ ਬੈਠਣ ਲਈ ਸਮਾਂ ਨਹੀਂ, ਮੈਂ ਮਜ਼ਦੂਰੀ ਕਰਨ ਜਾਣਾ, 4 ਪੈਸੇ ਆਉਣਗੇ ਤਾਂ ਬੱਚੇ ਪਾਲਾਂਗਾ। ਸਾਹਿਬ ਜੀ ਨੇ ਤੇਰੇ ਲਈ ਚਿੱਠੀ ਭੇਜੀ ਹੈ, ਇਹ ਸੰਭਾਲ ਤੇ ਮੈਨੂੰ ਛੁੱਟੀ ਦੇ। ਬੁੱਧੂ ਸ਼ਾਹ ਨੇ ਜਦ ਚਿੱਠੀ ਖੋਲ੍ਹ ਕੇ ਪੜ੍ਹੀ ਤੇ ਆਖਿਆ, ਪਿਆਰਿਆ, ਇਹ ਚਿੱਠੀ ਸਾਹਿਬ ਜੀ ਨੇ ਲਿਖੀ ਤਾਂ ਮੇਰੇ ਲਈ ਹੈ, ਪਰ ਇਸ ਵਿੱਚ ਲਿਖਿਆ ਤੇਰੇ ਲਈ ਹੈ।
ਤੇ ਸਾਹਿਬ ਜੀ ਦਾ ਹੁਕਮ ਹੈ, ਜੋ ਇਹ ਚਿੱਠੀ ਲੈ ਕੇ ਮੇਰਾ ਸਿੱਖ ਪਿਆਰਾ ਆ ਰਿਹਾ ਹੈ, ਉਸ ਨੂੰ ਤੂੰ ਆਪਣੇ ਕੋਲ ਰੱਖਣਾ 9 ਮਹੀਨੇ। ਹੁਣ ਜੇ ਪਿਆਰ ਨਾਲ ਰਹੇ, ਗੁਰੂ ਯੋਗ ਸੇਵਾ ਕਰਾਂਗਾ, ਨਹੀਂ ਠਹਿਰਾਉਣਾ ਤਾਂ ਮੈਂ ਤੈਨੂੰ ਜ਼ਬਰਦਸਤੀ ਵੀ ਹੈ, ਕਿਉਂਕਿ ਗੁਰੂ ਦਾ ਹੁਕਮ ਹੈ। ਭਾਈ ਸੱਜੇ ਨੇ ਜਦ ਸੁਣਿਆ ਕਿ 9 ਮਹੀਨੇ ਇੱਥੇ ਰੁਕਣਾ ਹੋਵੇਗਾ, ਇੱਥੇ ਠਹਿਰਨਾ ਪਵੇਗਾ, ਇੱਕ ਦਿਨ ਵੀ ਮੈਂ ਨਹੀਂ ਰੁਕ ਸਕਦਾ, ਕਿਉਂਕਿ ਛੋਟੇ ਛੋਟੇ ਬੱਚੇ ਇੰਤਜ਼ਾਰ ਕਰ ਰਹੇ ਹਨ। ਕਿਸ ਵੇਲੇ ਮੈਂ 4 ਪੈਸੇ ਲੈ ਕੇ ਘਰ ਪਹੁੰਚਾਂਗਾ ਤੇ ਉਹਨਾਂ ਨੂੰ ਰੋਟੀ ਖਾਣ ਨੂੰ ਮਿਲੇਗੀ। ਐਸਾ ਗਸ਼ ਆਇਆ, ਧਰਤੀ ਤੇ ਬੇਹੋਸ਼ ਹੋ ਕੇ ਗਿਰ ਗਿਆ। ਭਾਈ ਬੁੱਧੂ ਸ਼ਾਹ ਅੰਦਰ ਲੈ ਗਿਆ, ਕਮਰੇ ਵਿੱਚ ਜਾ ਕੇ ਆਰਾਮ ਵਿੱਚ ਪਾਇਆ ਤੇ ਬਾਹਰੋਂ ਜਾ ਦਰਵਾਜ਼ਾ ਬੰਦ ਕਰ ਦਿੱਤਾ, ਕਿਤੇ ਉੱਠ ਕੇ ਚਲਾ ਨਾ ਜਾਵੇ। ਸਿੱਖ ਨੂੰ ਜਦੋਂ ਸੁਰਤ ਆਈ, ਕਹਿੰਦਾ ਐਸੇ ਗੁਰੂ ਕੋਲ ਨਹੀਂ ਜਾਣਾ ਸੀ, ਮੈਂ ਗਲਤੀ ਕੀਤੀ। ਮੈਂ ਤਾਂ ਸੁਣਿਆ ਸੀ ਕਿ ਤੂੰ ਤਾਂ ਜਮਾ ਦੀ ਮਾਰ ਤੋਂ ਬਚਾਉਂਦਾ, ਤੂੰ ਤਾਂ ਜਿਉਂਦੇ ਜੀ ਹੀ ਮੇਰੇ ਗਲ ਵਿੱਚ ਫਾਹੀ ਪਾ ਦਿੱਤੀ, ਮੈਨੂੰ ਇੱਥੇ ਕੈਦ ਕਰ ਦਿੱਤਾ, ਮੇਰਾ ਪਿੱਛੇ ਬਾਲ ਬੱਚਾ ਰੁੱਲ ਜਾਏਗਾ। ਭਾਈ ਬੁੱਧੂ ਸ਼ਾਹ ਕੰਨਾਂ ਵਿੱਚ ਉਂਗਲਾਂ ਪਾ ਲਈਆਂ ਕਿ ਕਿਤੇ ਗੁਰੂ ਦੀ ਨਿੰਦਿਆ ਮੇਰੇ ਕੰਨਾਂ ਵਿੱਚ ਨਾ ਸੁਣ ਲਵਾਂ। ਇੱਥੇ ਜਦ ਗੁਰੂ ਕਾ ਸਿੰਘ ਘਰ ਨਾ ਪਹੁੰਚਿਆ, ਰਾਤ ਬੱਚਿਆਂ ਨੂੰ ਰੋਟੀ ਨਾ ਮਿਲੀ, ਅੱਧੀ ਰਾਤ ਦਾ ਸਮਾਂ ਹੋਇਆ ਤਾਂ ਇਸ ਸਿੰਘ ਦੇ ਗੁਆਂਢ ਵਿੱਚ ਇੱਕ ਸੇਠ ਰਹਿੰਦਾ ਸੀ। ਕਲਗੀਧਰ ਪਾਤਸ਼ਾਹ ਨੇ ਉਸ ਨੂੰ ਦਰਸ਼ਨ ਦਿੱਤੇ, ਆਖਿਆ ਸੇਠ, ਤੇਰੇ ਗੁਆਂਢ ਵਿੱਚ ਮੇਰੇ ਬੱਚੇ ਵਸਦੇ ਨੇ, ਸਿੱਖ ਦੇ ਬੱਚੇ, ਮੇਰੇ ਬੱਚੇ, ਜਾ ਕੇ ਇਹਨਾਂ ਨੂੰ ਜੋ ਚੀਜ਼ ਦੀ ਜ਼ਰੂਰਤ ਹੈ ਉਹ ਦੇ ਦਈਂ। ਸੇਠ ਆਇਆ, ਬੂਹਾ ਖੜਕਾਇਆ, ਆਖਿਆ ਭੈਣ ਜੀ, ਅੱਜ ਜੋ ਕੋਈ ਵਸਤੂ ਚਾਹੀਦੀ ਮੈਨੂੰ ਹੁਕਮ ਕਰੋ। ਮੈਨੂੰ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ ਤੇ ਉਹਨਾਂ ਹੁਕਮ ਕੀਤਾ, ਤੇਰੇ ਗੁਆਂਢ ਵਿੱਚ ਮੇਰੇ ਬੱਚੇ ਨੇ, ਜੋ ਚੀਜ਼ ਦੀ ਲੋੜ ਹੋਵੇ ਦੱਸੋ। ਸੇਠ ਨੇ ਲਿਆ ਕੇ ਕਣਕ ਦੀਆਂ ਬੋਰੀਆਂ, ਦਾਲਾਂ, ਘਿਓ ਆਦਿ ਸਾਰਾ ਸਮਾਨ ਘਰ ਲਿਆ ਕੇ ਰੱਖ ਦਿੱਤਾ। ਆਖਿਆ ਹੋਰ ਕੁਝ ਵੀ ਚਾਹੀਦਾ ਹੋਵੇ ਤਾਂ ਦੱਸ ਦੇਣਾ। ਬਰਸਾਤਾਂ ਦੇ ਦਿਨ ਸਨ, ਮੀਂਹ ਪਿਆ, ਕੱਚੀ ਕੁੱਲੀ ਚੋਣ ਲੱਗ ਪਈ। ਸੇਠ ਆਇਆ, ਆਖਿਆ ਜੇ ਬੱਚਿਆਂ ਨੂੰ ਮੇਰੇ ਨਾਲ ਭੇਜ ਦਿਓ, ਖੇਤ ਵਿੱਚੋਂ ਮਿੱਟੀ ਪੁੱਟ ਲਿਆਉਣ ਤੇ ਲਿਆ ਕੇ ਲੇਪ ਕਰ ਦੇਣ। ਸੇਠ ਨੇ ਖੱਚਰ ਦਿੱਤੇ। ਸਿੱਖ ਦੇ ਬੱਚੇ ਜਦ ਖੱਚਰ ਲੈ ਕੇ ਖੇਤਾਂ ਵਿੱਚ ਗਏ ਮਿੱਟੀ ਪੁੱਟਣ, ਪਹਿਲੀ ਕਹੀ ਮਾਰੀ ਤਾਂ ਮਿੱਟੀ ਦੀ, ਦੂਜੀ ਕਹੀ ਮਾਰੀ ਤਾਂ ਥੱਲੇ ਦੇਗ ਮੋਹਰਾਂ ਦੀ ਪਈ ਹੈ। ਜਿੱਥੇ ਖੱਚਰ ਮਿੱਟੀ ਦੇ ਭਰਕੇ ਲਿਆਉਣੇ ਸੀ, ਉੱਥੇ ਮੋਹਰਾਂ ਦੇ ਭਰਕੇ ਲਿਆ ਰਹੇ ਹਨ। ਲਹਿਰ ਬਹਿਰ ਹੋ ਗਈ, ਕਰ ਸ਼ੁਕਰ ਕਰ ਰਹੇ ਹਨ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਸਾਰੀ ਕਿਰਪਾ ਹੈ, ਸਾਰੀ ਰਹਿਮਤ ਹੈ, ਇਹ ਤੇਰੀ ਬਖਸ਼ਿਸ਼ ਹੈ। ਦੇਖਦੇ ਹੀ ਦੇਖਦੇ ਦਿਨ ਬਦਲ ਗਏ। ਝੁੱਗੀ ਦੀ ਥਾਂ ਸੋਹਣਾ ਮਕਾਨ ਬਣ ਗਿਆ। ਜਿੱਥੇ ਫਟੇ ਪੁਰਾਣੇ ਕੱਪੜੇ ਪਾਉਂਦੇ ਸੀ, ਉੱਥੇ ਰੇਸ਼ਮ ਪਾਉਣ ਲੱਗੇ ਤੇ ਜਿੱਥੇ ਖਾਣ ਨੂੰ ਰੋਟੀ ਨਹੀਂ ਸੀ ਜੁੜਦੀ, ਉੱਥੇ 36 ਪ੍ਰਕਾਰ ਦੇ ਭੋਜਨ ਖਾਣ ਲੱਗੇ। ਸਮਾਂ ਬੀਤਦਾ ਗਿਆ। ਇੱਥੇ ਜਦ 9 ਮਹੀਨੇ ਪੂਰੇ ਹੋਏ ਤਾਂ ਬੁੱਧੂ ਸ਼ਾਹ ਨੇ ਆਖਿਆ, ਜਾ ਸਿੱਖਾ, ਹੁਣ ਘਰ ਆਪਣੇ। ਜਿੰਨਾ ਸਮਾਂ ਸਾਹਿਬ ਜੀ ਨੇ ਚਿੱਠੀ ਵਿੱਚ ਲਿਖਿਆ ਸੀ ਉਹ ਪੂਰਾ ਹੋ ਗਿਆ, ਹੁਣ ਤੂੰ ਘਰ ਜਾ ਸਕਦਾ। ਹਾਂ, ਜੇ ਇੱਕ ਗੱਲ ਮੰਨੇ, ਇੱਕ ਚਿੱਠੀ ਮੈਂ ਵੀ ਤੈਨੂੰ ਲਿਖ ਦਿੰਦਾ ਤਾਂ ਰਸਤੇ ਵਿੱਚ ਧੰਨ ਗੁਰੂ ਸੱਚੇ ਪਾਤਸ਼ਾਹ ਨੂੰ ਦਿੰਦਾ ਜਾਈਂ। ਸਿੱਖ ਨੇ ਆਖਿਆ, ਐਸੇ ਗੁਰੂ ਕੋਲ ਮੈਂ ਨਹੀਂ ਜਾਣਾ, ਉਸ ਦੀ ਚਿੱਠੀ ਲੈ ਕੇ ਮੈਂ ਤੇਰੇ ਕੋਲ ਆਇਆ, ਤੂੰ ਕੈਦ ਕਰ ਲਿਆ। ਹੁਣ ਜੇ ਤੇਰੀ ਚਿੱਠੀ ਲੈ ਕੇ ਜਾਵਾਂ, ਪਤਾ ਨਹੀਂ ਉਹ ਗੁਰੂ ਮੈਨੂੰ 2 ਸਾਲ ਨਾ ਕੈਦ ਕਰ ਲਵੇ। ਐਸੇ ਗੁਰੂ ਕੋਲ ਮੈਂ ਨਹੀਂ ਜਾਣਾ। ਹੁਣ ਤੁਰ ਪਿਆ ਵਾਪਸ ਕਰ ਤੇ ਮਨ ਵਿੱਚ ਸੋਚਦਾ, ਮੇਰੇ ਬੱਚੇ ਤਾਂ ਰੁੱਲ ਗਏ ਹੋਣੇ, ਕਿਸ ਨੇ ਆ ਕੇ ਰੋਟੀ ਦਿੱਤੀ ਹੋਊ ਉਹਨਾਂ ਨੂੰ। ਜਦ ਪਿੰਡ ਵਿੱਚ ਪਹੁੰਚਿਆ, ਕੀ ਦੇਖਿਆ, ਜਿੱਥੇ ਝੁੱਗੀ ਸੀ ਉੱਥੇ ਮਕਾਨ ਪੱਕਾ ਬਣਿਆ। ਮਨ ਵਿੱਚ ਸੋਚਦਾ ਕਿ ਕਿਸੇ ਨੇ ਗਰੀਬ ਦੀ ਕੁੱਲੀ ਤੇ ਵੀ ਕਬਜ਼ਾ ਕਰ ਲਿਆ। ਹੁਣ ਉਦਾਸ ਹਿਰਦੇ ਨਾਲ ਜਦ ਘਰ ਅੱਗੇ ਆਇਆ ਤੇ ਬਾਹਰ ਬੱਚੇ ਖੇਡਦੇ ਪਏ, ਪਛਾਣ ਲਿਆ ਕਿ ਸਾਡਾ ਬਾਪੂ ਆਇਆ। ਭੱਜ ਕੇ ਅੰਦਰ ਗਏ, ਦਰਵਾਜ਼ਾ ਬੰਦ ਕਰ ਲਿਆ। ਕਿਹਾ, ਮਾਂ ਬਾਹਰ ਬਾਪੂ ਖੜਾ ਹੈ ਦਰਵਾਜ਼ੇ ਤੇ, ਇਸ ਨੂੰ ਦਰਵਾਜ਼ਾ ਨਾ ਖੋਲੀ,
ਕਿਹਾ, ਜਿੱਥੇ 9 ਮਹੀਨੇ ਗੁਜ਼ਾਰ ਕੇ ਆਇਆ, ਬਾਕੀ ਦੀ ਉਮਰ ਵੀ ਉੱਥੇ ਹੀ ਗੁਜ਼ਾਰ ਲਵੇ। ਜਿਸ ਦਿਨ ਦਾ ਇਸ ਘਰ ਵਿੱਚੋਂ ਗਿਆ, ਸਾੜ ਸਤੀ ਨਾਲ ਲੈ ਗਿਆ। ਪਿਤਾ ਦੇ ਰਹਿੰਦਿਆਂ ਭੁੱਖੇ ਰਹਿੰਦੇ ਸਾਂ ਤੇ ਫਟੇ ਪੁਰਾਣੇ ਕੱਪੜੇ ਪਾਉਂਦੇ ਸੀ, ਕੁੱਲੀ ਵਿੱਚ ਰਹਿੰਦੇ ਸੀ। ਜਿਸ ਦਿਨ ਦਾ ਗਿਆ ਹੈ, ਸੋਹਣਾ ਮਕਾਨ ਬਣ ਗਿਆ ਤੇ ਰੇਸ਼ਮ ਪਾਉਂਦੇ ਹਾਂ ਤੇ 36 ਪ੍ਰਕਾਰ ਦੇ ਭੋਜਨ ਛਕਦੇ ਹਾਂ। ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਮਾਂ ਕਹਿਣ ਲੱਗੀ, ਨਾ ਬੇਟਾ ਇੱਦਾਂ ਨਾ ਕਹੋ, ਤੁਹਾਡਾ ਪਿਤਾ ਹੈ, ਤੇ ਆ ਕੇ ਦਰਵਾਜ਼ਾ ਖੋਲ੍ਹ ਦਿੱਤਾ। ਸਿੱਖ ਦਰਵਾਜ਼ੇ ਤੇ ਖੜਾ ਤੇ ਕਿਹਾ, ਆਓ ਜੀ ਆਇਆਂ ਨੂੰ। ਪਛਾਣ ਲਿਆ ਕਿ ਇਹ ਤਾਂ ਮੇਰੀ ਘਰਵਾਲੀ ਹੈ ਤੇ ਮੇਰੇ ਬੱਚੇ ਨੇ। ਆਖਿਆ, ਇੰਨਾ ਕੁਝ ਕਿੱਥੋਂ ਆ ਗਿਆ? ਤਾਂ ਘਰਵਾਲੀ ਨੇ ਆਖਿਆ, ਇਹ ਸਾਰੀ ਕਿਰਪਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਸਾਰੀ ਗੱਲ ਦੱਸੀ ਕਿ ਜਦੋਂ ਤੁਸੀਂ ਚਲੇ ਗਏ, ਪਿੱਛੋਂ ਕੀ ਕੌਤਕ ਹੋਇਆ। ਤਾਂ ਸਿੱਖ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਜਿਸ ਗੁਰੂ ਤੋਂ ਮੈਂ ਬੇਮੁਖ ਹੋ ਕੇ ਆਇਆ, ਉਹ ਮੇਰੇ ਕਾਰਜ ਸਵਾਰ ਰਿਹਾ ਹੈ। ਵਾਪਸ ਉੱਥੋਂ ਹੀ ਤੁਰਨ ਲੱਗਾ। ਘਰਵਾਲੀ ਨੇ ਪੁੱਛਿਆ, ਕਿੱਥੇ ਚੱਲੇ ਹੋ? ਕਹਿੰਦਾ, ਆਨੰਦਪੁਰ ਨੂੰ। ਜਿਸ ਕਲਗੀਧਰ ਪਾਤਸ਼ਾਹ ਨੂੰ ਪਿੱਠ ਕਰਕੇ ਆਇਆ, ਹੁਣ ਉਸ ਦੇ ਚਰਨਾਂ ਤੇ ਜਾ ਕੇ ਭੁੱਲਾਂ ਬਖਸ਼ਾਉਣੀਆਂ, ਮਾਫੀ ਮੰਗਣੀ ਹੈ। ਚਰਨਾਂ ਤੇ ਆ ਕੇ ਗੁਰੂ ਸੱਚੇ ਪਾਤਸ਼ਾਹ ਦੇ ਜਦ ਭਾਈ ਸੱਜੇ ਨੇ ਮਾਫੀ ਮੰਗੀ ਤੇ ਗਿੜਗੜਾ ਕੇ ਰੋਇਆ। ਸਾਹਿਬ ਜੀ ਨੇ ਕਿਹਾ, ਭਾਈ ਸੱਜਿਆ, ਹੁਣ ਤੂੰ ਕਮਾ ਕੇ ਬੱਚਿਆਂ ਦਾ ਢਿੱਡ ਭਰਦਾ ਹੈ ਜਾਂ ਗੁਰੂ ਨਾਨਕ ਭਰਦੇ ਨੇ? ਚਰਨਾਂ ਤੇ ਡਿੱਗ ਕੇ ਕਹਿੰਦਾ, ਮੇਰੀ ਕੋਈ ਹਿੰਮਤ ਨਹੀਂ ਕਿ ਮੈਂ ਕਮਾ ਕੇ ਖਿਲਾਵਾਂ। ਜੋ ਕੋਈ ਖਾ ਰਿਹਾ, ਜੋ ਕੁਝ ਕਿਸੇ ਨੂੰ ਪ੍ਰਾਪਤ ਹੈ, ਉਹ ਸਭ ਵਾਹਿਗੁਰੂ ਦੇ ਰਿਹਾ ਹੈ। ਭਾਈ, ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ, ਮਾਲਕ ਰੋਜੀ ਤਾਂ ਉਹਨਾਂ ਤੱਕ ਵੀ ਪਹੁੰਚਾ ਰਿਹਾ ਹੈ। ਫਿਰ ਤੂੰ ਕਿਉਂ ਸੋਚਦਾ ਕਿ ਉਹ ਤੈਨੂੰ ਨਹੀਂ ਦੇਵੇਗਾ? ਤੂੰ ਡੋਲਣਾ ਛੱਡ ਦੇ, ਤੂੰ ਭਟਕਣਾ ਛੱਡ ਦੇ। ਇੱਕ ਗੁਰੂ ਦੇ ਚਰਨਾਂ ਦਾ ਸਹਾਰਾ ਰੱਖ, ਪ੍ਰਭ ਦਾ ਸਿਮਰਨ ਕਰ। ਜਦ ਤੂੰ ਪ੍ਰਭ ਦਾ ਸਿਮਰਨ ਕਰੇਗਾ, ਤੇਰੇ ਕਾਰਜ ਵਾਹਿਗੁਰੂ ਆਪ ਆ ਕੇ ਠੀਕ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।